ਸੋਢੀ ਉੱਥੇ ਮੰਜੀਆਂ ਲਾ ਕੇ ਬੈਠੇ ਸਨ। ਖਾਸ ਕਰਕੇ ਉਹਨਾਂ ਗੱਦੀਆਂ ਦੇ ਵਿੱਚੋਂ ਧੀਰਮਲ ਦੀ ਜੋ ਗੱਦੀ ਹੈ ਉਹ ਸਭ ਤੋਂ ਵੱਡੀ ਮੰਨੀ ਜਾਂਦੀ ਸੀ ਤੇ ਸਭ ਤੋਂ ਵੱਧ ਲੋਕ ਵੀ ਧੀਰਮਲ ਦੀ ਗੱਦੀ 'ਤੇ ਹੀ ਆ ਰਹੇ ਸਨ। ਇਸ ਲਈ ਜੇ ਹੁਣ ਸਭ ਤੋਂ ਵੱਧ ਕਿਸੇ ਦੇ ਹੰਕਾਰ ਨੂੰ, ਹਉਮੈ ਨੂੰ ਸੱਟ ਵੱਜੇਗੀ, ਬਾਕੀ ਸੋਢੀਆਂ ਨੂੰ ਸੱਟ ਤਾਂ ਲੱਗਣੀ ਹੈ, ਨਾਲ ਧੀਰਮਲ ਨੂੰ ਵੀ ਸੱਟ ਲੱਗੇਗੀ। ਤੋ ਇਸ ਤਰ੍ਹਾਂ ਸਾਰੇ ਦੇ ਸਾਰੇ ਸੋਢੀ ਹੰਕਾਰ ਦੇ ਵਿੱਚ ਸੜੇ ਹੋਏ, ਈਰਖਾ ਵਸ ਹੋ ਕੇ, ਲਾਲਚ ਵਸ ਹੋ ਕੇ ਸਾਹਿਬ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੀ ਅਜ਼ਮਤ ਨੂੰ ਨਹੀਂ ਸਮਝ ਰਹੇ, ਬਲਕਿ ਉਹਨਾਂ ਦੇ ਨਾਲ ਈਰਖਾ ਕਰ ਰਹੇ ਨੇ। ਤੋ ਕਵੀਰਾਜ ਜੀ ਅੱਗੇ ਲਿਖਦੇ, ਕਹਿੰਦੇ ਧੀਰ ਮਲ ਕੇ ਨਿਕਟ ਜਬ ਸਭਹਣ ਕੇ ਨ ਰਜਾਏ, ਚਿੰਤਾ ਤੁਰ ਮਤ ਸਰ ਮਹਿਤ ਚਿਤਵਤ ਅਣਕ ਪਾਏ। ਸਾਰੇ ਜਦੋਂ ਸੋਚ ਕੇ ਕਿ ਹੁਣ ਆਪਾਂ ਧੀਰਮਲ ਕੋਲ ਚੱਲਦੇ ਹਾਂ, ਕਹਿੰਦੇ ਧੀਰਮਲ ਦੇ ਕੋਲ ਸਾਰੇ ਅਖੌਤੀ, ਇੱਕ ਹੁੰਦਾ ਗੁਰੂ ਹੋਣਾ, ਇੱਕ ਹੁੰਦਾ ਆਪਣੇ ਆਪ ਨੂੰ ਗੁਰੂ ਅਖਵਾਉਣਾ ਕਿ ਅੰਦਰ ਤਾਂ ਕੋਈ ਗਿਆਨ ਹੈ ਨਹੀਂ, ਪਰਮਾਤਮਾ ਦੀ ਬਖਸ਼ਿਸ਼ ਹੈ ਨਹੀਂ। ਇੱਕ ਹੁੰਦੇ ਆ ਸੰਤਾਂ ਵਾਲੇ ਅੰਦਰ ਗੁਣ ਹੋਣਾ, ਇੱਕ ਹੁੰਦਾ ਅਖੌਤੀ ਸੰਤ, ਐਲਾਨੀਆਂ ਸੰਤ, ਕਿ ਆਪਣੇ ਆਪ ਨੂੰ ਸੰਤ ਅਖਵਾਉਣਾ, ਪਰ ਸੰਤਾਂ ਵਾਲੇ ਗੁਣ ਅਜੇ ਅੰਦਰ ਨਹੀਂ। ਤੋ ਕਵੀਰਾਜ ਲਿਖਦੇ ਕਿ ਜਿਹੜੇ ਅਖੌਤੀ ਗੁਰੂ ਸਨ, ਲਾਲਚ ਵਸ ਹੋ ਕੇ, ਈਰਖਾ ਵਸ ਹੋ ਕੇ ਆਪਣੇ ਆਪ ਬਣੇ ਹੋਏ ਗੁਰੂ ਸਨ, ਕਹਿੰਦੇ ਉਹ ਸਾਰੇ ਦੇ ਸਾਰੇ ਹੰਕਾਰੀ ਹੋ ਗਏ, ਸਾਰੇ ਦੇ ਸਾਰੇ ਫਿਕਰਮੰਦ ਹੋ ਗਏ, ਸਾਰੇ ਦੇ ਸਾਰੇ ਧੀਰਮਲ ਦੇ ਕੋਲ ਜਾ ਕੇ ਅਨੇਕਾਂ ਕਿਸਮ ਦੇ ਉਪਾਅ ਸੋਚਦੇ ਨੇ ਕਿ ਹੁਣ ਕਿਵੇਂ ਗੁਰੂ ਤੇਗ ਬਹਾਦਰ ਨੂੰ ਰਸਤੇ ਦੇ ਵਿੱਚੋਂ ਹਟਾਇਆ ਜਾਏ। ਇਹਨਾਂ ਦੇ ਹੁੰਦਿਆਂ ਤੇ ਆਪਣੇ ਕੋਲ ਕਿਸੇ ਨੇ ਆਉਣਾ ਹੀ ਨਹੀਂ। ਇੱਕ ਮਸੰਦ ਤਬ ਜੂਰੇ ਹਾਥ, ਭਾਖਤ ਧੀਰ ਮਲ ਕੇ ਸਾਥ, ਤਿਸ ਕੇ ਕਰਮੈ ਹੁਤੁ ਉਦਾਰਾ, ਜਿਸ ਬਸ ਲੈਣ ਦੇਣ ਵਿਵਹਾਰਾ। ਇੱਕ ਮਸੰਦ ਨੇ ਧੀਰਮਲ ਨੂੰ ਹੱਥ ਜੋੜ ਕੇ ਕਿਹਾ ਕਿ ਧੀਰਮਲ ਦੇ ਘਰ ਵਿੱਚ ਉਹ ਕਰਤਾ ਧਰਤਾ ਹੈ, ਧੀਰਮਲ ਦਾ ਸਾਰਾ ਕਾਰੋਬਾਰ, ਜੋ ਵੀ ਲੈਣ ਦੇਣ ਦੀ ਜ਼ਿੰਮੇਵਾਰੀ ਹੈ, ਉਹ ਸਾਰੀ ਦੀ ਸਾਰੀ ਉਹਦੇ ਵੱਸ ਵਿੱਚ ਸੀ। ਹੁਤੋ ਦੁਸ਼ਟ ਸੋ ਧਨੀ ਵਡੇਰਾ, ਮਾਨੇ ਜਿਸ ਕੋ ਕਹਿਓ ਕਨੇਰਾ, ਸਭ ਮੈਂ ਜਿਸ ਕੇ ਬਾਕ ਪ੍ਰਮਾਣ, ਧੀਰ ਮਲਿਆ ਅਨੁਸਾਰੀ ਜਾਣ। ਉਹ ਕਹਿ ਰਿਹਾ ਹੈ ਸਾਰਿਆਂ ਦੇ ਵਿੱਚ ਖੜਾ ਹੋ ਕੇ ਕਿ ਉਹ ਬਹੁਤ ਬੜਾ ਮੋਟਾ ਤੇ ਵੱਡਾ ਧਨੀ ਸੀ, ਉਹਦਾ ਕਿਆ ਧੀਰਮਲ ਮੰਨਦਾ ਸੀ, ਸਾਰਿਆਂ ਦੇ ਵਿੱਚ ਜਿਸ ਦਾ ਹੁਕਮ ਪ੍ਰਵਾਨ ਸੀ ਤੇ ਸਾਰੇ ਉਸ ਨੂੰ ਧੀਰਮਲ ਦਾ ਅਨੁਸਾਰੀ ਜਾਣਦੇ ਸਨ। ਕਹਿੰਦੀ ਤੇ ਧੀਰਮਲ ਦੀ ਆਪਸ ਦੇ ਵਿੱਚ ਬੜੀ ਸਾਂਝ ਹੈ, ਇੱਕ ਦੂਜੇ ਤੋਂ ਬਗੈਰ ਜੋ ਹੈ ਉਹ ਰਹਿ ਨਹੀਂ ਸਕਦੇ। ਤਾਂ ਫਿਰ ਅੱਗੇ ਕਵੀਰਾਜ ਨੇ ਲਿਖਿਆ, ਸ਼ੀਹਾ ਨਾਮ ਤਿਸੀ ਕੋ ਐਹੈ, ਗੁਰ ਸੋ ਦ੍ਰੋਹ ਕਰਤ ਬਉ ਰਹੇ, ਲੋਭੀ ਕੁਟਲ ਕਠੋਰ ਮਹਾਨਾ, ਦੁਸ਼ਟ ਮੂੜ ਸਭ ਪੰਥ ਅਜਾਨਾ। ਤੇ ਕਵੀਰਾਜ ਲਿਖਦੇ, ਕਹਿੰਦੇ ਉਸ ਮਸੰਦ ਦਾ ਨਾਮ ਸ਼ੀਹਾ ਸੀ। ਉਹ ਹਮੇਸ਼ਾ ਹੀ ਗੁਰੂ ਸਾਹਿਬ ਦੇ ਨਾਲ ਧਰੋਹ ਕਰਦਾ ਸੀ, ਬਹੁਤ ਵੱਡਾ ਲੋਭੀ ਸੀ, ਕੁਟਲ ਸੀ, ਮਹਾਨ ਕਠੋਰ ਸੀ, ਦੁਸ਼ਟ ਸੀ, ਮੂਰਖ ਸੀ, ਤੇ ਗੁਰੂ ਜੀ ਦੁਆਰਾ ਚਲਾਏ ਹੋਏ ਪੰਥ ਤੋਂ, ਗੁਰੂ ਜੀ ਦੀ ਮਹਾਨਤਾ ਤੋਂ ਅਣਜਾਣ ਸੀ। ਤੇ ਅੱਗੇ ਲਿਖ ਰਹੇ ਨੇ, ਕਹਿੰਦੇ ਸੁਣੋ ਗੁਰੂ ਤੁਮ ਮੇਰੀ ਬਾਤ, ਮਹਿਮਾ ਰਾਵਰ ਚਾਹੇ ਬਿਲਾਤ, ਨਿਕਟ ਆਪ ਕੇ ਤਿਨਹਿ ਪਜਾਇਓ, ਨੈ ਕਿਸ ਤੇ ਲਗ ਵੀ ਡਰ ਪਾਇਓ। ਉਹ ਕਹਿਣ ਲੱਗਾ, ਹੇ ਗੁਰੂ ਜੀ ਮੇਰੀ ਗੱਲ ਸੁਣੋ। ਧੀਰਮਲ ਨੂੰ ਕਹਿ ਰਿਹਾ
ਕਹਿੰਦਾ ਆਪ ਜੀ ਦੀ ਮਹਿਮਾ ਜਾਂਦੀ ਰਹੇਗੀ। ਤੁਹਾਡੇ ਪਾਸ ਉਸਨੇ ਆਪਣੀ ਪੂਜਾ ਕਰਵਾਈ ਹੈ ਤੇ ਇੰਨੇ ਸੋਢੀਆਂ ਤੋਂ ਉਹ ਥੋੜ੍ਹਾ ਬਹੁਤਾ ਵੀ ਨਹੀਂ ਡਰਿਆ। ਕਿੰਨੇ ਬਾਈ ਮੰਜੀਦਾਰ ਬੈਠੇ ਹੋ, ਕਿਸੇ ਤੋਂ ਵੀ ਤੇ ਨਹੀਂ ਨਾ ਉਹ ਡਰਿਆ, ਤੇ ਉਹਨੇ ਤੁਹਾਡੇ ਹੁੰਦਿਆਂ ਹੋਇਆਂ ਆਪਣੀ ਪੂਜਾ ਕਰਵਾਈ। ਜਬ ਕਿ ਸਿੱਖ ਮਾਣ ਹੈ ਆਪੀ, ਆਇਓ ਇਤੋਂ ਨਾ ਦਰਬ ਕਦਾਪੀ। ਏਕ ਜਾਮ ਸੋ ਨਿਕਸਿਓ ਬਾਹਰ, ਸਭ ਮੈਂ ਅਜੋ ਭਇਓ ਨਹਿ ਜਾਹਰ। ਜਦ ਦੇ ਸਿੱਖ ਆਪ ਜੀ ਨੂੰ ਮੰਨਦੇ ਨੇ, ਆਪ ਜੀ ਦੇ ਕੋਲ ਭੇਟਾਵਾਂ ਲੈ ਕੇ ਆਉਂਦੇ ਨੇ, ਤੇ ਆਪ ਸੋਚੋ ਕਦੇ ਵੀ ਇੰਨਾ ਧਨ ਨਹੀਂ ਆਇਆ ਜਿੰਨਾ ਸੰਗਤਾਂ ਦੇ ਆਉਣ ਦੇ ਨਾਲ ਤੁਹਾਡੇ ਕੋਲ ਆਉਣ ਲੱਗਾ। ਤੇ ਨਾਲ ਬਚਨ ਕਰਦਾ ਹੈ, ਕਹਿੰਦੇ ਗੁਰੂ ਤੇਗ ਬਹਾਦਰ ਨੂੰ ਬਾਹਰ ਨਿਕਲੇ ਨੂੰ ਕੇਵਲ 1 ਪਹਿਰ ਹੀ ਹੋਇਆ ਹੈ, ਤੇ ਸਾਰਿਆਂ ਦੇ ਵਿੱਚ ਅਜੇ ਉਹ ਜ਼ਾਹਰ ਵੀ ਨਹੀਂ ਹੋਏ। ਸਾਰਿਆਂ ਸਿੱਖਾਂ ਨੂੰ ਅਜੇ ਪਤਾ ਵੀ ਨਹੀਂ ਲੱਗਾ, ਸਾਰਿਆਂ ਤੱਕ ਇਹ ਜਾਣਕਾਰੀ ਵੀ ਨਹੀਂ ਪਹੁੰਚੀ। ਜਿਤਕ ਹਜ਼ਾਰਨ ਕੋ ਤਨ ਆਵਾ, ਇਸੇ ਪ੍ਰਕਾਰ ਜੇ ਹੋਏ ਚੜਾਵਾ। ਸੈਣ ਸਕੇਲੇ ਬ੍ਰਿੰਦ ਸੁਕਾਰੇ, ਐਸਵਰਜ ਵਧੇ ਘਟੇ ਤੁਮ ਸਾਰੇ। ਤੇ ਸ਼ੀਆਂ ਕਹਿ ਰਿਹਾ ਜਿੰਨਾ ਹਜ਼ਾਰਾਂ ਦਾ ਧਨ ਆਇਆ ਹੈ, ਇਸੇ ਪ੍ਰਕਾਰ ਜੇ ਚੜਾਵਾ ਚੜ੍ਹਦਾ ਰਿਹਾ ਤਾਂ ਆਸਾਨੀ ਦੇ ਨਾਲ ਬਹੁਤ ਸੈਣਾ ਇਕੱਠੀ ਕਰ ਲਵੇਗਾ, ਧਨ ਦੌਲਤ ਬਹੁਤ ਵੱਧ ਜਾਏਗਾ, ਤੇ ਸਾਡਾ ਤੁਹਾਡਾ ਸਾਰਿਆਂ ਦਾ ਜੋ ਜਸ ਹੈ, ਸਾਰਿਆਂ ਦੀ ਜੋ ਵਡਿਆਈ ਹੈ ਉਹ ਘਟ ਜਾਵੇਗੀ। ਸ਼੍ਰੀ ਗੁਰੂ ਹਰਗੋਬਿੰਦ ਹਰਿ ਰਾਏ, ਤਿਨ ਤੇ ਅਦਕ ਕੇ ਸਮ ਬਣ ਜਾਏ। ਕਛੂ ਉਪਾਏ ਨ ਚਲੇ ਤੁਮਾਰੂ, ਛਾਏ ਜਾਏ ਸਭ ਪਰ ਬਲ ਭਾਰੂ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਹਰਿ ਰਾਏ ਜੀ ਸ਼ੀਆਂ ਕਹਿ ਰਿਹਾ ਉਹਨਾਂ ਤੋਂ ਵੱਡਾ ਜਾਂ ਉਹਨਾਂ ਦਾ ਬਰਾਬਰ ਬਣ ਜਾਵੇਗਾ। ਕਿਉਂਕਿ ਜੋ ਦੁਸ਼ਟ ਬੁੱਧੀ ਹੈ ਉਹਦੀ ਆਪਣੀ ਸੋਚ ਹੈ, ਉਹਦੀ ਆਪਣੀ ਵਿਚਾਰ ਹੈ, ਉਹਦਾ ਆਪਣਾ ਸੋਚਣ ਦਾ ਤਰੀਕਾ ਹੈ। ਕਿਉਂਕਿ ਜੋ ਬੁੱਧੀ ਹੈ ਉਹ ਗੁਰੂ ਘਰ ਦੇ ਵਿੱਚ ਵੀ ਬੈਠ ਕੇ ਦੁਨਿਆਵੀ ਸੋਚ ਹੀ ਰੱਖਦੀ ਹੈ, ਦੁਨਿਆਵੀ ਜੋੜ ਘਟਾਓ ਹੀ ਰੱਖਦੀ ਹੈ। ਜਿਵੇਂ ਸ਼ੀਆ ਜੋੜ ਘਟਾਓ ਲਾ ਰਿਹਾ ਹੈ, ਇੰਨੀ ਸੰਗਤ ਆ ਰਹੀ ਹੈ, ਇੰਨੀ ਭੇਟਾ ਚੜ੍ਹ ਰਹੀ ਹੈ, ਇਸੇ ਕੰਮ ਨਾਲ ਚੱਲਦਾ ਰਿਹਾ, ਇੰਨੇ ਚਿਰ ਵਿੱਚ ਇੰਨਾ ਧਨ ਹੋ ਜਾਏਗਾ, ਇੰਨੀ ਵੱਡੀ ਸੈਨਾ ਰੱਖ ਲਏਗਾ। ਅਜੇ ਤਾਂ ਕੁਝ ਵੀ ਨਹੀਂ ਵਿਗੜਿਆ, ਅਜੇ ਤਾਂ ਕੁਝ ਕੁ ਸਿੱਖਾਂ ਨੂੰ ਪਤਾ ਲੱਗਾ। ਜਦੋਂ ਸਾਰੇ ਸਿੱਖ ਆਉਣ ਲੱਗ ਗਏ ਫਿਰ ਤਾਂ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨਾਲੋਂ ਵੀ ਵੱਡੀ ਸੈਨਾ ਬਣਾ ਲਵੇਗਾ। ਤੇ ਨਾਲ ਕਹਿੰਦਾ ਹੈ ਫਿਰ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਓ, ਜਦੋਂ ਇੰਨੀ ਵਡਿਆਈ ਹੋ ਗਈ, ਇੰਨੀ ਮਹਿਮਾ ਹੋ ਗਈ, ਫਿਰ ਤੁਹਾਡਾ ਕੋਈ ਵੀ ਉਪਾਅ ਨਹੀਂ ਚੱਲੇਗਾ। ਫਿਰ ਸਾਰਿਆਂ ਦੇ ਉੱਤੇ ਉਹਦਾ ਜੋ ਬਲ ਹੈ ਉਹ ਭਾਰੀ ਹੋਵੇਗਾ। ਅਬ ਤੋਂ ਲਗ ਹੈ ਬਣੇ ਉਪਾਏ, ਜਿਮ ਚਾਹੋ ਤਿਮ ਕਰੋ ਬਨਾਏ। ਨਹੀਂ ਦਾਸ ਭਟ ਚਾਕਰ ਨਾਹੀ, ਕਹਿ ਗ੍ਰਹਿ ਲਿਓ ਰਖੋ ਨਿਜ ਪਾਈ। ਤੇ ਆਪਣੀ ਨਜ਼ਰ ਦੇ ਵਿੱਚ ਸ਼ੀਆਂ ਕਹਿ ਰਿਹਾ ਹੈ ਅਜੇ ਉਹ ਬਹੁਤ ਛੋਟਾ ਹੈ, ਕਿਉਂਕਿ ਮੱਖਣ ਸ਼ਾਹ ਨੇ ਅਜੇ ਅੱਜ ਹੀ ਉਹਨੂੰ ਜਿਹੜਾ ਉਹ ਪ੍ਰਗਟ ਕੀਤਾ। ਹੁਣ ਕੋਈ ਉਪਾਅ ਬਣ ਸਕਦਾ, ਹੁਣ ਜਿਵੇਂ ਚਾਹੀਏ ਉਵੇਂ ਆਪਾਂ ਕਰ ਸਕਦੇ ਹਾਂ। ਅਜੇ ਉਹਦੇ ਕੋਲੇ ਸੇਵਕਾਂ ਦੀ ਘਾਟ ਹੈ, ਸੂਰਮਿਆਂ ਦੀ ਘਾਟ ਹੈ, ਅਜੇ ਉਹਦੇ ਕੋਲੇ ਕੋਈ ਨੌਕਰ ਚਾਕਰ ਨਹੀਂ। ਕਹਿੰਦੇ ਜਾਂ ਤਾਂ ਉਹਨੂੰ ਫੜ ਲਓ, ਆਪਣੇ ਪਾਸ ਰੱਖ ਲਓ, ਕਹਿ ਦਿਓ ਤਰਾਸ ਨ ਨਿਕਸੇ ਬਾਹਰ, ਕਿਦੋ ਸੰਘਾਰੋ ਹੋਏ ਨ ਜ਼ਾਹਰ। ਕਹਿ ਅਬ ਦਰਬ ਸ਼ਨ ਲਿਹੁ ਤਾਹੀ, ਆਗੇ ਕੋ ਦਿਹੁ ਪਏ ਉਪਜਾਈ। ਤੇ ਸ਼ੀਆਂ ਕਹਿ ਰਿਹਾ ਕਹਿੰਦੇ ਜਾਂ ਫਿਰ ਤੇਗ ਬਹਾਦਰ ਨੂੰ ਇੰਨਾ ਡਰਾ ਦਿਓ, ਇੰਨਾ ਡਰਾ ਦਿਓ ਸਾਰੇ ਇਕੱਠੇ ਹੋ ਕੇ ਉਹ ਬਾਹਰ ਨਾ ਨਿਕਲੇ, ਤੇ ਜਾਂ ਫਿਰ ਇੰਨਾ ਮਾਰੋ ਕਿ ਉਹ ਬਾਹਰ ਪ੍ਰਗਟ ਹੀ ਨਾ ਹੋਵੇ, ਬਾਹਰ ਬੈਠੇ ਹੀ ਨਾ। ਤੇ ਜਾਂ
ਉਹਦਾ ਸਾਰੇ ਦਾ ਸਾਰਾ ਜੋ ਧਨ ਆ ਖੋਹ ਲਵੋ ਤੇ ਉੱਥੇ ਇਹੋ ਜਿਹਾ ਫਸਾਦ ਖੜਾ ਕਰ ਦਿਓ ਕਿ ਉਹਦੇ ਡਰ ਤੋਂ ਦੁਬਾਰਾ ਉਹ ਸਿੰਘਾਸਣ ਲਾ ਕੇ ਬੈਠੇ ਹੀ ਨਾ। ਕਿਉਂਕਿ ਇਹੋ ਜਿਹੀਆਂ ਗੁੰਦਾਂ ਦੁਸ਼ਟ ਬੁੱਧੀ ਹੀ ਗੁੰਦ ਸਕਦੀ ਹੈ। ਫਿਰ ਕਿਰਪਾ ਕਰਦੇ ਅੱਗੇ ਸਮਝਾ ਰਹੇ ਨੇ ਕਵੀ ਰਾਜ, ਕਹਿੰਦੇ ਕਿਦੋਂ ਆਪਣੇ ਦਾਸ ਪਠਾਵੋ ਦਰਬ ਜਿਤੋਂ ਤੇ ਠਾ ਠਹਿਰਾਵੋ ਸਭ ਲੋਗਣ ਕੀ ਬਰਜੋ ਪੀਰ ਆਈ ਜਿਤਕ ਉਪਾਇਨ ਤੀਰ। ਇੱਕ ਉਪਾਅ ਕਹਿੰਦਾ ਹੋਰ ਹੋ ਸਕਦਾ ਛੀਆਂ ਮਸਾਂ ਦਾ, ਕਹਿੰਦਾ ਆਪਣੇ ਸੇਵਕ ਭੇਜ ਦਈਏ, ਆਪਣੇ ਦਾਸ ਭੇਜ ਦਈਏ, ਜਿੰਨਾ ਧਨ ਹੈ ਉਸ ਥਾਂ ਹੀ ਰਖਾ ਲਵੋ ਤੇ ਜਿੰਨੀ ਲੋਕਾਂ ਦੀ ਭੀੜ ਜਾ ਰਹੀ ਹੈ ਨਾ, ਸਾਰਿਆਂ ਲੋਕਾਂ ਨੂੰ ਵਰਜ ਦਿੱਤਾ ਜਾਵੇ, ਸਾਰਿਆਂ ਲੋਕਾਂ ਨੂੰ ਹਟਾ ਦਿੱਤਾ ਜਾਵੇ। ਜਿੰਨੇ ਵੀ ਲੋਕ ਉਪਹਾਰ ਦੇਣ ਵਾਸਤੇ ਪਾਸ ਆਉਂਦੇ ਨੇ, ਉਹਨਾਂ ਕੋਲ ਜਾ ਰਹੇ ਨੇ, ਸਾਰਿਆਂ ਨੂੰ ਰੋਕਿਆ ਜਾਵੇ। ਸਭ ਸੰਗਤ ਜਬ ਡੇਰਨ ਜਾਵੇ ਸਗਰੀ ਵਸਤ ਉਠਾਏ ਸੁਲਿਆਵੇ ਦਰਬ ਆਜ ਕੋ ਜੇ ਤੇ ਪਾਸ ਰਹੇ ਤਾਂ ਤੁਮ ਕੋ ਉਪਜੇ ਤਰਾਸ। ਸਾਰੀ ਸੰਗਤ ਜਦ ਡੇਰਿਆਂ ਵਿੱਚ ਚਲੇ ਜਾਏਗੀ, ਡੇਰਿਆਂ ਦਾ ਭਾਵ ਕਿ ਆਪੋ ਆਪਣੇ ਟਿਕਾਣਿਆਂ ਦੇ ਵਿੱਚ ਚਲੇ ਜਾਵੇਗੀ, ਉਸ ਵੇਲੇ ਮੌਕਾ ਪਾ ਕੇ ਸਾਰੇ ਦੀਆਂ ਸਾਰੀਆਂ ਜੋ ਵਸਤੂਆਂ ਹੈ ਉਹ ਚੁੱਕ ਕੇ ਲੈ ਆਵਾਂਗੇ। ਅੱਜ ਦਾ ਧਨ ਜੇ ਉਹਨਾਂ ਦੇ ਪਾਸ ਰਹਿ ਜਾਂਦਾ ਏ ਤਾਂ ਇਹ ਆਪਣੇ ਵਾਸਤੇ ਬਹੁਤ ਖਤਰਨਾਕ ਹੈ। ਕਿਉਂਕਿ ਜਿੰਨੀ ਸੰਗਤ ਇੱਥੇ ਠਹਿਰੀ ਹੋਈ ਸੀ ਉਹ ਆਪਣੇ ਕੋਲ ਤਾਂ ਜ਼ਰੂਰ ਆ ਰਹੇ ਸੀ, ਪਰ ਆਪਾਂ ਨੂੰ ਉਹਨਾਂ ਜੋ ਧਨ ਹੈ ਨਾ ਮਾਤਰ ਹੀ ਭੇਟ ਕੀਤਾ ਤੇ ਜੁੱਧ ਸੰਬੰਧ ਦੀ ਮਾਇਆ ਸਾਰੇ ਉਪਹਾਰ ਨੇ ਉਹ ਤੇਗ ਬਹਾਦਰ ਨੂੰ ਹੀ ਭੇਟਾ ਕਰ ਰਹੇ ਨੇ। ਇਸ ਲਈ ਅੱਜ ਉੱਥੇ ਜੋ ਧਨ ਦੇ ਅੰਬਾਰ ਲੱਗੇ ਨੇ, ਵੈਰ ਉਪਾਇਨ ਕਰਤੇ ਚਾਵਤ ਲੈਨ ਉਪਾਏ ਚਿਤ ਵਹੁ ਤੁਮ ਤਾਵਤ ਬੌਰ ਨ ਤੁਮਰੇ ਕਰ ਸੋ ਆਵੇ ਲੈ ਕਰ ਕੇ ਤੁਹੂੰ ਗੁਪਤ ਛਿਪਾਵੇ। ਜਦ ਤੱਕ ਘਰ ਤੋਂ ਬਾਹਰ ਉਪਾਰ ਜਾਂਦੇ ਹਨ ਤਦ ਤੱਕ ਤੁਸੀਂ ਲੈਣ ਦਾ ਉਪਾਅ ਸੋਚੋ ਕਿ ਇਹ ਉਪਹਾਰ, ਇਹ ਧਨ ਦੌਲਤ ਉਹਦੇ ਤੋਂ ਕਿਵੇਂ ਖੋਹਣੀ ਹੈ। ਤੇ ਜੇ ਤੁਸੀਂ ਨਾ ਸੋਚਿਆ ਫਿਰ ਉਹ ਤੁਹਾਡੇ ਹੱਥ ਨਹੀਂ ਆਉਣੇ। ਫਿਰ ਉਹ ਸਾਰਾ ਧਨ ਇਕੱਠਾ ਕਰਕੇ ਕਿਸੇ ਗੁਪਤ ਥਾਂ 'ਤੇ ਛੁਪਾ ਲਵੇਗਾ ਤੇ ਸਾਨੂੰ ਲੱਭਿਆ ਵੀ ਨਹੀਂ ਲੱਭਣਾ। ਚੱਕ ਰਾਖ ਹੋਏ ਪੁਨ ਗਾਡੋ ਨਿਕਸੇ ਨਹੀਂ ਸੋ ਕਿਮਜੇ ਕਾਢੋ ਜਿਮ ਲਗ ਚਰ ਤੁਰ ਕੀ ਸੋ ਉਖਾਰੇ ਬੜੋ ਹੋਏ ਕੋ ਕੌਣ ਉਪਾਰੇ। ਤੇ ਜਦੋਂ ਧਨ ਆ ਗਿਆ, ਪੈਸਾ ਆ ਗਿਆ, ਸੋਨਾ ਆ ਗਿਆ, ਹੋਰ ਕੀਮਤੀ ਪਦਾਰਥ ਆ ਗਏ, ਫਿਰ ਉਹ ਨੌਕਰ ਰੱਖ ਲਏਗਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਾਂਗੂ ਫੌਜ ਇਕੱਠੀ ਕਰ ਲਵੇਗਾ। ਫਿਰ ਜੇ ਸਾਰੇ ਰਲ ਕੇ ਤੁਸੀਂ ਕੱਢਣਾ ਵੀ ਚਾਹੋਗੇ ਨਾ, ਉਹਨੂੰ ਨਹੀਂ ਕੱਢ ਸਕਦੇ। ਤੇ ਨਾਲ ਛੀਆਂ ਉਦਾਹਰਣ ਦਿੰਦਾ ਹੈ, ਜਿਮ ਲਗ ਜਰ ਤਰ ਕੀ ਸੋ ਉਖਾਰੇ। ਤਰ ਦਾ ਭਾਵ ਹੁੰਦਾ ਰੁੱਖ, ਲਗ ਦਾ ਭਾਵ ਹੁੰਦਾ ਛੋਟਾ। ਕਹਿੰਦਾ ਜਿਵੇਂ ਛੋਟੀ ਦਰਖਤ ਦੀ ਜੜ ਛੋਟੀ ਹੁੰਦੀ ਹੈ, ਜੇ ਪੁੱਟਣਾ ਚਾਹੀਏ ਤਾਂ ਝੱਟ ਪੁੱਟ ਸਕਦਾ ਹੈ, ਤੇ ਜਦੋਂ ਉਹ ਵੱਡਾ ਹੋ ਜਾਂਦਾ ਹੈ ਫਿਰ ਉਸ ਰੁੱਖ ਨੂੰ ਪੁੱਟਣਾ ਔਖਾ ਹੁੰਦਾ ਹੈ। ਇਹ ਸਾਰੇ ਦੇ ਸਾਰੇ ਸੋਢੀ ਈਰਖਾ ਵਸ ਹੋ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਰਸਤੇ ਦੇ ਵਿੱਚੋਂ ਹਟਾਉਣ ਦੀਆਂ ਗੁੰਦਾ ਗੁੰਦਦੇ ਪਏ ਨੇ। ਜੇ ਤਿਸ ਪਾਸ ਅਚਾਨਕ ਆਵਾ ਸਿਉ ਤਿਆਗੇ ਨਹਿ ਮੋਕੋ ਭਾਵਾ ਇਤੋ ਦਰਬ ਕਿਮ ਦੇਵੇ ਜਾਣ ਜਿਸ ਤਣ ਕੇ ਨਹਿ ਕਛੂ ਸਮਾਨ। ਪਰ ਜੇ ਅਚਾਨਕ ਉਸ ਦੇ ਕੋਲ ਇੰਨਾ ਧਨ ਆ ਗਿਆ, ਉਸ ਨੂੰ ਛੱਡਣਾ ਛੀਆਂ ਕਹਿੰਦਾ ਮੈਨੂੰ ਚੰਗਾ ਨਹੀਂ ਲੱਗਾ। ਉਹ ਧਨ ਖੋਹ ਲੈਣਾ ਚਾਹੀਦਾ। ਇੰਨਾ ਧਨ ਹੱਥੋਂ ਕਿਵੇਂ ਜਾਣ ਦੇਵਾਂਗੇ? ਕੋਈ ਚੀਜ਼ ਇਸ ਧਨ ਦੇ ਬਰਾਬਰ ਇਸ ਸੰਸਾਰ ਦੇ ਵਿੱਚ ਹੈ ਹੀ ਨਹੀਂ। ਅਬ ਤੋ ਗੁਰਹਿਤ ਜਿਤ ਕੇ ਉਪਾਇਨ ਉਚਿਤ ਆਵਬੋ ਹਮਰੇ ਆਇਨ
ਸਿੱਖ ਸੰਗਤ ਜੇ ਜਾਣਤ ਪੇਵ, ਪੂਜੇ ਮੋਹ ਜਾਣ ਗੁਰਦੇਵ। ਹੁਣ ਤਾਂ ਗੁਰੂ ਹਿੱਤ ਵਿੱਚ ਜਿੰਨੇ ਵੀ ਉਭਾਰ ਨੇ ਉਹਨਾਂ ਦਾ ਸਾਡੇ ਘਰ ਵਿੱਚ ਆਉਣਾ ਉਚਿਤ ਹੈ। ਸਿੱਖ ਸੰਗਤ ਜਿਹੜੀ ਭੇਦ ਜਾਣਦੀ ਹੈ, ਧੀਰਮਲ ਕਹਿ ਰਿਹਾ, ਕਹਿੰਦਾ ਗੁਰੂ ਜਾਣ ਕੇ ਮੇਰੀ ਪੂਜਾ ਕਰਦੀ ਹੈ। ਪਰ ਹੁਣ ਇੱਥੇ ਗੱਲ ਇਹ ਵੀ ਵਿਚਾਰਨ ਵਾਲੀ ਹੈ ਕਿ ਜੇ ਧੀਰਮਲ ਨੂੰ ਗੁਰੂ ਜਾਣ ਕੇ ਪੂਜਾ ਕਰਦੀ ਹੈ, ਫਿਰ ਕੀ ਗੁਰੂ ਦੀ ਸੋਚ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਗੁਰੂ ਦਾ ਜੀਵਨ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਈਰਖਾ ਦਾ ਭਰਿਆ ਹੋਇਆ ਹੋਵੇ? ਫਿਰ ਜਿਹੜੀ ਸੰਗਤ ਇਹਨਾਂ 22 ਗੱਦੀਦਾਰਾਂ ਕੋਲੇ ਜਾਣਦੀ ਸੀ ਕਿ ਉਹਨਾਂ ਦਾ ਵਿਵਹਾਰ, ਉਹਨਾਂ ਦਾ ਕਰੈਕਟਰ ਇਸ ਤਰ੍ਹਾਂ ਦਾ ਹੈ ਕਿ ਉਹ ਪਰਮਾਰਥ ਨੂੰ ਛੱਡ ਕੇ, ਰੱਬੀ ਗੁਣਾਂ ਨੂੰ ਛੱਡ ਕੇ ਤੇ ਧਨ ਦੀ ਖਾਤਰ ਕਿਸੇ ਦੀ ਜਾਨ ਲੈਣ ਵਾਸਤੇ ਵੀ ਤਿਆਰ ਹੋਏ ਬੈਠੇ ਨੇ। ਈਰਖਾ ਦੀ ਖਾਤਰ ਇਸ ਤੋਂ ਵੱਧ ਘਟੀਆਪਣ ਹੋਰ ਕੀ ਹੋ ਸਕਦਾ ਹੈ? ਤੇ ਸਭ ਤੋਂ ਵੱਧ ਜੇ ਕੋਈ ਤਰਲੋਂ ਮੱਛੀ ਹੋ ਰਿਹਾ ਹੈ, ਉਹ ਧੀਰਮਲ ਤੇ ਉਹਦਾ ਮਸੰਦ ਛੀਆਂ। ਸ਼੍ਰੀ ਹਰਿ ਰਾਏ ਉਣਜ ਮੈਂ ਅਹੋ, ਤਿਨਹੁ ਅਸ਼ਤ ਵੀ ਨਿਤ ਬੋ ਲਹੋ। ਆਏ ਤਿਮਨ ਤੇ ਫਿਰ ਕੇ ਗੁਰਿਆਈ, ਸਰਬ ਭਾਂਤ ਮੁਝ ਕਰ ਬੜਿਆਈ। ਫਿਰ ਕਹਿ ਰਹੇ ਨੇ, ਸ਼੍ਰੀ ਗੁਰੂ ਹਰਿ ਰਾਏ ਮੇਰੇ ਛੋਟੇ ਭਰਾ ਸਨ। ਉਹਨਾਂ ਦੇ ਮੌਜੂਦ ਹੁੰਦਿਆਂ ਉਦੋਂ ਵੀ ਮੈਂ ਸੰਗਤ ਤੋਂ ਤੋਹਫੇ ਲੈਂਦਾ ਸੀ, ਉਪਹਾਰ ਲੈਂਦਾ ਸੀ, ਧਨ ਦੌਲਤ ਲੈਂਦਾ ਸੀ। ਹੁਣ ਜੇ ਗੁਰਿਆਈ ਫਿਰ ਕੇ ਕਿਸੇ ਪ੍ਰਕਾਰ ਮੇਰੇ ਕੋਲ ਆਈ ਹੈ, ਮੱਖਣ ਸਿੱਖ ਬਦੇਸ਼ੀ ਜੋਏ, ਇਸ ਮਹਿਮਾ ਕੋ ਲਖੇ ਨ ਸੋਏ। ਨਿਜ ਮਤ ਤੇ ਕਰ ਗੁਰੂ ਬਣਾਵਾ, ਕਿਮਤੇ ਹੋਣ ਦੇ ਹਮ ਦਾਵਾ। ਮੱਖਣ ਸ਼ਾਹ ਜਿਹੜਾ ਵਿਦੇਸ਼ੀ ਸਿੱਖ ਹੈ, ਉਹਨੂੰ ਵਿਚਾਰੇ ਨੂੰ ਇਸ ਮਹਿਮਾ ਦਾ ਨਹੀਂ ਪਤਾ ਕਿ ਅਸਲ ਗੱਦੀ ਦਾ ਮਾਲਕ ਤਾਂ ਧੀਰਮਲ ਕਹਿ ਰਿਹਾ ਮੈਂ ਹੀ ਹਾਂ। ਅਸਲ ਦੇ ਵਿੱਚ ਮੱਖਣ ਸ਼ਾਹ ਨੇ ਆਪਣੀ ਮੱਤ ਕਰਕੇ ਤੇਗ ਬਹਾਦਰ ਨੂੰ ਗੁਰੂ ਬਣਾਇਆ ਹੈ, ਤੇ ਧੀਰਮਲ ਕਹਿ ਰਿਹਾ ਹੈ ਅਸੀਂ ਉਸ ਉੱਤੇ ਉਹਨਾਂ ਦਾ ਕਿਵੇਂ ਦਾਵਾ ਹੋਣ ਦਈਏ ਗੁਰਿਆਈ ਤੇ। ਇੱਕ ਪਰੰਤ ਮੁਝ ਚਿੰਤਾ ਹੋਏ, ਮੱਖਣ ਸਾਧ ਮਨੁਜ ਬੋਝੋਏ। ਨਹਿ ਵਰੂਦ ਹਮਰੇ ਸੰਗ ਕਰੇ, ਤੋ ਆਛੀ ਵਿਦ ਹਿਰਦੇ ਵਿਚਰੇ। ਹੁਣ ਕਹਿ ਰਿਹਾ ਹੈ ਕਿ ਜੇ ਸਾਰੇ ਕਾਸੇ ਵਿੱਚ ਕੋਈ ਚਿੰਤਾ ਵਾਲੀ ਗੱਲ ਹੈ ਨਾ, ਤਾਂ ਇੱਕੋ ਗੱਲ ਹੀ ਹੈ ਕਿ ਮੱਖਣ ਸ਼ਾਹ ਦੇ ਨਾਲ ਮਨੁੱਖ ਬਹੁਤ ਵੱਡੇ ਨੇ। ਉਹ ਵਪਾਰੀ ਹੈ, ਉਹਦੇ ਨਾਲ ਕੁਝ ਸਿਪਾਹੀ ਵੀ ਨੇ, ਉਹਦੇ ਰੱਖੇ ਹੋਏ ਨੌਕਰ ਵੀ ਨੇ, ਤੇ ਕਿਸੇ ਤਰ੍ਹਾਂ ਸਾਡੇ ਨਾਲ ਉਹ ਵਿਰੋਧ ਨਾ ਕਰੇ। ਇਸ ਕਰਕੇ ਚੰਗੀ ਤਰ੍ਹਾਂ ਆਪਣੇ ਦਿਲ ਵਿੱਚ ਵਿਚਾਰ ਲਓ ਕਿ ਜੇ ਤੇਗ ਬਹਾਦਰ ਤੇ ਹਮਲਾ ਕਰਦੇ ਹਾਂ ਤੇ ਮੱਖਣ ਸ਼ਾਹ ਵੀ ਰਸਤੇ ਵਿੱਚ ਖੜਾ, ਉਹਦੇ ਕੋਲ ਕੁਝ ਨੌਕਰ ਵੀ ਨੇ, ਉਹਦੇ ਕੋਲ ਕੁਝ ਸਿਪਾਹੀ ਵੀ ਨੇ, ਤੇ ਮੱਖਣ ਸ਼ਾਹ ਨੇ ਹੀ ਤੇਗ ਬਹਾਦਰ ਨੂੰ ਪ੍ਰਗਟ ਕੀਤਾ ਹੈ। ਤੇ ਕਿਤੇ ਇਹ ਨਾ ਹੋਵੇ ਕਿ ਆਪਾਂ ਸਾਰੀਆਂ ਗੁੰਦਾਂ ਤੇਗ ਬਹਾਦਰ ਦੇ ਖਿਲਾਫ ਗੁੰਦਦੇ ਰਹੀਏ ਤੇ ਰਸਤੇ ਦੇ ਵਿੱਚ ਜਿਹੜੀ ਟੱਕਰ ਹੈ ਉਹ ਮੱਖਣ ਸ਼ਾਹ ਨਾ ਹੋ ਜਾਵੇ। ਸੋ ਤੋ ਗੁਰ ਕੋ ਸਿੱਖ ਕਹਾਵੇ, ਕਿਮ ਹਮ ਸੋ ਉਰ ਦ੍ਰੋਹ ਬਤਾਵੇ। ਗੁਰ ਹਿਤ ਭੇਟ ਹੋਤੀ ਜੋ ਦੀਨਸ, ਆਪਣਾ ਕਾਮਨਾ ਪੂਰਨ ਕੀਨਸ। ਤੇ ਮੱਖਣ ਸ਼ਾਹ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਾਉਂਦਾ ਹੈ। ਕਿਵੇਂ ਸਾਡੇ ਨਾਲ ਦਿਲ ਵਿੱਚ ਧਰੋ ਵਧਾਵੇਗਾ? ਗੁਰੂ ਜੀ ਵਾਸਤੇ ਜੋ ਭੇਟ ਸੀ ਉਹ ਉਸਨੇ ਦੇ ਦਿੱਤੀ ਹੈ, ਤੇ ਉਹਨੇ ਆਪਣੀ ਜੋ ਕਾਮਨਾ ਪੂਰੀ ਕਰ ਲਈ ਹੈ। ਹਮ ਪ੍ਰਾਤਾ ਕਿਸ ਵਿਦ ਸੁਰ ਚਾਏ, बीच कहना ते नह बन आए। जाते रुचे मोहे मन माही, दरबशीन कर आने पाही। फिर कहते असी भरा आपस में कुछ करिए। जिवें कई बार घरां विच मसला हो जाता तो कोई गवांढी समझाउण दा यतन करे तो कई बार कह दिंदे ने ये साडे भरावां दा मसला, असी जो मर्जी करिए, तुसी साडी गल विच जो है दोहालांदाजी नहीं करनी।
ਕਹਿੰਦੇ ਹੁਣ ਧੀਰਮਲ ਸੋਚ ਰਿਹਾ ਕਿ ਉਹ ਤਾਂ ਸਿੱਖ ਹੈ, ਉਹਨੇ ਭੇਟਾ ਚੜਾਈ, ਆਪਣੀ ਕਾਮਨਾ ਪੂਰੀ ਕੀਤੀ, ਤੇ ਅਸੀਂ ਤਾਂ ਸੋਢੀ ਸਾਰੇ ਆਪਸ ਵਿੱਚ ਭਰਾ ਆ, ਅਸੀਂ ਕੁਝ ਵੀ ਕਰੀਏ ਇੱਕ ਦੂਜੇ ਨੂੰ ਮਾਰੀਏ ਲੁੱਟੀਏ, ਮੱਖਣ ਸ਼ਾਹਦਾ ਵਿੱਚ ਦਖਲ ਦੇਣਾ ਨਹੀਂ ਬਣਦਾ। ਤੇ ਇਸ ਕਰਕੇ ਜਿਵੇਂ ਮੇਰੇ ਮਨ ਵਿੱਚ ਹੈ ਉਸੇ ਤਰ੍ਹਾਂ ਕਰੋ। ਜੋ ਵੀ ਉੱਥੇ ਧਨ ਇਕੱਠਾ ਹੋਇਆ ਉਹ ਸਾਰੇ ਦਾ ਸਾਰਾ ਜੋ ਧਨ ਹੈ ਖੋਹ ਲਿਆਓ, ਉਹ ਖੋਹ ਕੇ ਤੇ ਸਾਰੇ ਦਾ ਸਾਰਾ ਧਨ ਮੇਰੇ ਕੋਲ ਲੈ ਆਓ। ਉਹ ਧਨ ਤੇਗ ਬਹਾਦਰ ਕੋਲ ਨਹੀਂ, ਸਾਡੇ ਕੋਲ ਹੀ ਚਾਹੀਦਾ। ਇਮ ਸੁਣ ਪੁਣੇ ਮਸੰਦ ਬਖਾਨਾ, ਕਾਰਜ ਕਰਨ ਅਲਪ ਵੀ ਜਾਨਾ, ਤੋ ਉਤਸਾਹੁ ਅਦਕ ਕੋ ਕਰੇ, ਜਿਸ ਤੇ ਸਭ ਸੁਖੈਣ ਹੀ ਸਰੇ। ਇਹ ਸੁਣ ਕੇ ਫਿਰ ਮਸੰਦ ਨੇ ਕਿਹਾ, ਛੀਆਂ ਮਸੰਦ ਜਿਹਨੇ ਇਹ ਗੱਲ ਦੀ ਸ਼ੁਰੂਆਤ ਕਰਾਈ ਸੀ, ਇਹ ਕਾਰਜ ਕਰਨਾ ਬੜਾ ਛੋਟਾ ਜਾਣਿਆ ਹੈ, ਤੇ ਪਰ ਫਿਰ ਵੀ ਇੱਕ ਗੱਲ ਸਮਝ ਲਈਏ ਕਿ ਜਦੋਂ ਕਿਸੇ 'ਤੇ ਹਮਲਾ ਕਰਨਾ ਹੈ ਨਾ, ਜਦੋਂ ਕਿਸੇ ਦਾ ਵਿਰੋਧ ਕਰਨਾ ਹੈ, ਜਦੋਂ ਕਿਸੇ 'ਤੇ ਚੜ੍ਹਾਈ ਕਰਨੀ ਹੈ, ਤੇ ਸ਼ੀਆ ਕਹਿ ਰਿਹਾ ਹੈ, ਕਹਿੰਦਾ ਫਿਰ ਉਦੋਂ ਸਾਨੂੰ ਵਿਰੋਧੀ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ। ਠੀਕ ਹੈ ਕਿ ਜਿਵੇਂ ਤੁਸੀਂ ਵਿਚਾਰ ਦਿੱਤੇ, ਧੀਰਮਲ ਨੂੰ ਕਹਿ ਰਿਹਾ ਹੈ ਕਿ ਇਹ ਸਾਡੇ ਵਾਸਤੇ ਕੋਈ ਕੰਮ ਔਖਾ ਨਹੀਂ ਹੈ ਇਹੋ ਜਿਹਾ ਕਾਰਜ ਕਰਨਾ, ਪਰ ਫਿਰ ਵੀ ਸਾਨੂੰ ਜਿਹੜੀ ਤਿਆਰੀ ਹੈ ਉਹ ਪੂਰੀ ਕਰਨੀ ਚਾਹੀਦੀ ਹੈ, ਤਾਂ ਜੋ ਕਿ ਜੋ ਕਾਰਜ ਹੈ ਉਹ ਆਸਾਨੀ ਦੇ ਨਾਲ ਹੋ ਸਕੇ। ਜੇ ਅਖੀਰ ਮਿਰਗ ਕੇ ਹੋਏ ਤਿਆਰੇ, ਕਰੇ ਸਮਾਜ ਸ਼ੇਰ ਕੋ ਭਾਰੇ, ਸੋ ਬੁੱਧਵਾਨ ਗਿਨਿਓ ਨਰ ਜਾਏ, ਨਿਜ ਐਸਵਰਜ ਕੋ ਲਿਹੋ ਬਦਾਏ। ਤੇ ਛੀਆਂ ਉਦਾਹਰਣ ਦੇ ਰਿਹਾ ਆਪਦੀ ਬੁੱਧੀ ਮੁਤਾਬਕ। ਜਿਹਦਾ ਸਿਆਣੇ ਕਹਿੰਦੇ ਨੇ, ਦਾਨੇ ਕਹਿੰਦੇ ਨੇ ਕਿ ਜੇ ਹਿਰਨ ਦਾ ਸ਼ਿਕਾਰ ਕਰਨਾ ਹੋਵੇ ਨਾ, ਤਿਆਰੀ ਹੋਵੇ ਕਿ ਅਸੀਂ ਹਿਰਨ ਦਾ ਸ਼ਿਕਾਰ ਕਰਨਾ ਹੈ, ਤੇ ਜੋ ਸਿਆਣਾ ਸ਼ਿਕਾਰੀ ਹੈ ਉਹ ਇੰਨੀ ਵੱਡੀ ਤਿਆਰੀ ਕਰਦਾ ਹੈ ਕਿ ਪ੍ਰਬੰਧ ਸਾਰਾ ਸ਼ੇਰ ਦੇ ਸ਼ਿਕਾਰ ਦਾ ਕਰਦਾ ਹੈ। ਉਹ ਸਾਰੇ ਦਾ ਸਾਰਾ ਸਾਜੋ ਸਮਾਨ ਇਸ ਤਰ੍ਹਾਂ ਇਕੱਠਾ ਕਰਦਾ ਹੈ। ਤੇ ਉਹੀ ਜੋ ਇਨਸਾਨ ਹੈ ਉਹ ਬੁੱਧੀਮਾਨ ਗਿਣਿਆ ਜਾਂਦਾ ਹੈ, ਜਿਹੜਾ ਮੌਕੇ ਦਾ ਫਾਇਦਾ ਉਠਾ ਕੇ ਆਪਣੀ ਸੰਪਤੀ ਨੂੰ ਵਧਾ ਲਵੇ, ਆਪਣੇ ਧਨ ਨੂੰ ਵਧਾ ਲਵੇ, ਆਪਣੇ ਐਸ਼ੋ ਆਰਾਮ ਦੇ ਜੋ ਸਾਧਨ ਨੇ ਉਹਨਾਂ ਨੂੰ ਵਧਾ ਲਵੇ। ਤੇ ਜੇ ਤੇਗ ਬਹਾਦਰ 'ਤੇ ਹਮਲਾ ਕਰਨਾ ਹੈ, ਅਜੇ ਅੱਜ ਹੀ ਤੇਗ ਬਹਾਦਰ ਜੀ ਨੂੰ ਮੱਖਣ ਸ਼ਾਹ ਨੇ ਪ੍ਰਗਟ ਕੀਤਾ, ਪਰ ਉਹਨਾਂ ਕੋਲੇ ਅਥਾਹ ਧਨ ਦੌਲਤ ਦੇ ਅੰਬਾਰ ਲੱਗੇ ਨੇ, ਕਿਉਂਕਿ ਸੰਗਤਾਂ ਨੇ ਸਾਡੇ ਕੋਲ ਭੇਟਾ ਤਾਂ ਨਾ ਮਾਤਰੀ ਚੜ੍ਹਾਈ, ਤੇ ਸਾਰੀਆਂ ਸੰਗਤਾਂ ਨੇ ਗੁਰੂ ਨੂੰ ਪ੍ਰਗਟ ਹੋਇਆ ਜਾਣ ਕੇ ਜੋ ਵੀ ਦਸਵੰਧ ਦੀ ਰਕਮ ਸੀ ਉਹ ਵੱਧ ਚੜ੍ਹ ਕੇ ਉੱਥੇ ਤੇਗ ਬਹਾਦਰ ਨੂੰ ਭੇਟਾ ਕੀਤੀ ਹੈ। ਤੇ ਇਸ ਕਰਕੇ ਆਪਾਂ ਉਹਨਾਂ 'ਤੇ ਹਮਲਾ ਕਰੀਏ। ਕਾਰਜ ਤਾਂ ਸਾਡੇ ਵਾਸਤੇ ਛੋਟਾ ਹੈ, ਤੇ ਨਾਲ ਸਲਾਹਾਂ ਕਰਦੇ ਨੇ, ਜੇ ਉਹਦੇ ਕੋਲੇ ਧਨ ਆ ਗਿਆ, ਕੱਲ੍ਹ ਨੂੰ ਨੌਕਰ ਰੱਖ ਰਹੇ, ਆਪਣੇ ਪਿਤਾ ਗੁਰੂ ਹਰਗੋਬਿੰਦ ਜੀ ਵਾਂਗ ਫੌਜ ਰੱਖ ਲਈ, ਫਿਰ ਸਾਡੇ ਸਾਰਿਆਂ ਦੇ ਕੋਸ਼ਿਸ਼ ਕਰਨ 'ਤੇ ਵੀ ਉਹਨੇ ਸਾਡੇ ਕਾਬੂ ਵਿੱਚ ਨਹੀਂ ਆਉਣਾ। ਇਸ ਕਰਕੇ ਅੱਜ ਹੀ ਉਹਨਾਂ 'ਤੇ ਜੋ ਹਮਲਾ ਹੈ ਉਹ ਕਿਸੇ ਤਰੀਕੇ ਕੀਤਾ ਜਾਵੇ, ਪਰ ਹਮਲਾ ਯੋਜਨਾਬੰਦ ਤੇ ਸੋਚ ਸਮਝ ਕੇ ਕੀਤਾ ਜਾਵੇ, ਤਾਂ ਜੋ ਕਿ ਕਿਤੇ ਸਾਨੂੰ ਨੁਕਸਾਨ ਨਾ ਉਠਾਉਣਾ ਪੈ ਜਾਵੇ। ਤੇ ਹੁਣ ਆਪਾਂ ਸਮਝ ਸਕਦੇ ਹਾਂ ਇਹ ਧੀਰਮਲ ਹੋਣੀ ਕਿੰਨੇ ਕੁ ਸਮਝਦਾਰ ਇਨਸਾਨ ਨੇ, ਕਿੰਨੇ ਕੁ ਅੰਦਰ ਇਹਨਾਂ ਦੇ ਧਰਮ ਦੇ ਗੁਣ ਪ੍ਰਗਟੇ ਹੋਏ ਨੇ, ਕਿੰਨੇ ਕੁ ਅੰਦਰ ਨਿਮਰਤਾ, ਤੇ ਕਿੰਨਾ ਕੁ ਇਹਨਾਂ ਦੇ ਕੋਲ ਸਿਮਰਨ ਹੋਵੇਗਾ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਹਰ ਕੰਮ ਗੁਰੂ ਦੇ ਖਿਲਾਫ, ਹਰ ਕੰਮ ਜਿਹੜਾ ਸਿੱਖੀ ਸਿਧਾਂਤਾਂ ਦੇ ਖਿਲਾਫ ਕਰਦੇ ਆ ਰਹੇ ਨੇ। ਸੋ ਇਹ ਸੋਢੀ ਈਰਖਾ ਵਸ ਹੋ ਕੇ ਹੁਣ ਇੱਥੋਂ ਤੱਕ ਵਿਉਂਤਾਂ ਗੁੰਦ ਲਈਆਂ ਕਿ ਉਸ ਤਰ੍ਹਾਂ 'ਤੇ ਆਪਣਾ ਕੋਈ ਜ਼ੋਰ ਚੱਲਣਾ ਨਹੀਂ। ਹੁਣ ਗੁਰੂ ਤੇਗ ਬਹਾਦਰ 'ਤੇ ਹਮਲਾ ਕਰਕੇ ਤੇ ਉਹਦੇ ਕੋਲੋਂ ਸਾਰਾ ਕੁਝ ਖੋਹ ਲਿਆ ਜਾਵੇ। ਇਸ ਤੋਂ ਅਗਲਾ ਪ੍ਰਸੰਗ ਕੱਲ੍ਹ ਵਿਚਾਰਾਂਗੇ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ।